पंजाबी पढ़न वाले सारे ही विद्यार्थियों ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਗੁੱਡ ਮਾਰਨਿੰਗ। ਇਸ ਤੋਂ ਜੋ ਪਿਛਲੀ ਕਲਾਸ ਦੇ ਵਿੱਚ ਆਪਾਂ ਚਰਚਾ ਕੀਤੀ ਸੀ ਉਹ ਪੰਜਾਬੀ ਗ੍ਰਾਮਰ ਦਾ ਇੱਕ ਟੌਪਿਕ ਸੀ ਨਾਮ, ਜਿਹਨੂੰ ਹਿੰਦੀ ਦੇ ਵਿੱਚ ਸੰਗਿਆ ਕਹਿੰਦੇ ਆ, ਇੰਗਲਿਸ਼ ਵਿੱਚ ਨਾਉਨ ਕਹਿੰਦੇ ਆ। ਤਾਂ ਉਮੀਦ ਕਰਦਾ ਕਿ ਮੇਰੀ ਉਹ ਕਲਾਸ ਤੁਹਾਨੂੰ ਚੰਗੀ ਲੱਗੀ ਹੋਊਗੀ ਔਰ ਤੁਹਾਨੂੰ ਚੰਗੀ ਤਰ੍ਹਾਂ ਸਮਝ ਵੀ ਆਇਆ ਹੋਊਗਾ। ਅੱਜ ਦੀ ਇਸ ਕਲਾਸ ਦੇ ਵਿੱਚ ਜੋ ਆਪਾਂ ਚਰਚਾ ਕਰਾਂਗੇ ਉਹ ਪੰਜਾਬੀ ਗ੍ਰਾਮਰ ਦਾ ਟੌਪਿਕ ਹੈ ਪੜਨਾਮ, ਜਿਹਨੂੰ ਹਿੰਦੀ ਵਿੱਚ ਸਰਵਨਾਮ ਕਹਿੰਦੇ ਹੈ ਔਰ ਇੰਗਲਿਸ਼ ਵਿੱਚ ਪ੍ਰੋਨਾਊਨ ਕਹਿੰਦੇ ਹੈ। ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੀ ਇੱਕ ਨਿੱਕੀ ਜਿਹੀ ਰਿਕੁਐਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਇਸ ਕਲਾਸ ਨੂੰ ਲਾਈਕ ਔਰ ਸ਼ੇਅਰ ਵੀ ਕਰਿਓ। ਠੀਕ ਹੈ ਜੀ। ਬਹੁਤਾ ਸਮਾਂ ਖਰਾਬ ਨਾ ਕਰਦੇ ਹੋਏ ਆਪਾਂ ਇਸ ਟੌਪਿਕ 'ਤੇ ਚਰਚਾ ਕਰਦੇ ਹਾਂ ਕਿ ਪੜਨਾਮ ਕੀ ਹੈ ਔਰ ਇਸ ਦੇ ਭੇਦਾਂ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਅਰਥ ਨਿਕਲਦਾ ਹੈ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਪੜਨਾਮ ਦੀ ਪਰਿਭਾਸ਼ਾ ਜਾਣਦੇ ਹਾਂ ਕਿ ਇਸ ਦੀ ਪਰਿਭਾਸ਼ਾ ਕੀ ਹੈ। ਠੀਕ ਹੈ ਜੀ। ਪਰਿਭਾਸ਼ਾ ਕੀ ਹੈ ਕਿ ਨਾਮ ਦੀ ਥਾਂ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੜਨਾਮ ਆਖਦੇ ਹਨ। ਪੜਨਾਮ ਕਿਹਨੂੰ ਆਖਦੇ ਆ? ਨਾਮ ਦੀ ਥਾਂ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੜਨਾਮ ਆਖਦੇ ਆ। ਨਾਮ ਕੀ ਚੀਜ਼ ਹੈ ਇਹ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਚੱਲ ਹੀ ਗਿਆ ਹੋਊਗਾ ਕਿ ਨਾਮ ਕਿਸ ਨੂੰ ਕਹਿੰਦੇ ਆ। ਨਾਮ ਕਿਸ ਨੂੰ ਕਹਿੰਦੇ ਆ? ਕਿਸੇ ਵਸਤ, ਵਿਅਕਤੀ, ਸਥਾਨ ਜਾਂ ਭਾਵ ਦੇ ਨਾਮ ਨੂੰ ਨਾਮ ਕਿਹਾ ਜਾਂਦਾ ਹੈ। ਇਹ ਗੱਲਬਾਤ ਆਪਾਂ ਪਿਛਲੀ ਵੀਡੀਓਜ਼ ਦੇ ਵਿੱਚ ਕਰ ਲਈ ਸੀ। ਇਸ ਵਿੱਚ ਆਪਾਂ ਪੜਨਾਮ ਦੀ ਪਰਿਭਾਸ਼ਾ ਦੇ ਬਾਰੇ ਗੱਲ ਕੀਤੀ ਹੈ ਕਿ ਨਾਮ ਦੀ ਥਾਂ 'ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੜਨਾਮ ਆਖਦੇ ਹੈ। ਜਿਵੇਂ ਕਿ ਮੈਂ, ਉਹ, ਤੂੰ, ਤੁਸੀਂ, ਅਸੀਂ ਆਦਿ। ਠੀਕ ਹੈ। ਮੈਂ, ਉਹ, ਤੂੰ, ਤੁਸੀਂ, ਅਸੀਂ ਆਦਿ ਇਹ ਪੜਨਾਮ ਦੇ ਕੁਝ ਉਦਾਹਰਨ ਹੈ। ਇੱਕ ਵਾਰ ਫਿਰ ਪਰਿਭਾਸ਼ਾ ਸੁਣੋ। ਨਾਮ ਦੀ ਥਾਂ 'ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੜਨਾਮ ਕਿਹਾ ਜਾਂਦਾ ਹੈ ਜਾਂ ਪੜਨਾਮ ਆਖਦੇ ਹਨ। ਜਿਵੇਂ ਕਿ ਮੈਂ, ਉਹ, ਤੂੰ, ਤੁਸੀਂ, ਅਸੀਂ ਆਦਿ। ਹੁਣ ਆਪਾਂ ਨਾਮ ਦੀ ਥਾਂ 'ਤੇ ਕਿਹੜੇ ਸ਼ਬਦਾਂ ਨੂੰ ਵਰਤਦੇ ਹੈ, ਉਹ ਪੜਨਾਮ ਕੀ ਹੁੰਦੇ ਹੈ, ਤਾਂ ਇੱਕ ਉਦਾਹਰਨ ਦੇ ਐਗਜ਼ਾਮਪਲ ਦੇ ਕੇ ਤੁਹਾਨੂੰ ਸਮਝਾਉਣਾ। ਉਮੀਦ ਕਰਦਾ ਕਿ ਤੁਹਾਨੂੰ ਉਹ ਸਮਝ ਆਊਗਾ। ਮੈਂ ਇੱਥੇ ਇੱਕ ਐਗਜ਼ਾਮਪਲ ਦਿੱਤਾ ਹੈ। ਜਿਵੇਂ ਕਿ ਨਾਮ ਕਿਹਨੂੰ ਕਹਿੰਦੇ ਆ? ਨਾਮ ਕਿਸੇ ਵਸਤ, ਵਿਅਕਤੀ ਜਾਂ ਸਥਾਨ ਦੇ ਨਾਮ ਨੂੰ ਕਹਿੰਦੇ ਆ। ਠੀਕ ਹੈ। ਇਹ ਪਿਛਲੀ ਵੀਡੀਓ ਦੇ ਵਿੱਚ ਆਪਾਂ ਜਾਣਿਆ ਸੀ। ਇੱਥੇ ਆਪਾਂ ਗੱਲ ਕਰ ਰਹੇ ਹਾਂ ਪੜਨਾਮ ਦੀ। ਤਾਂ ਪੜਨਾਮ ਉਹਨਾਂ ਨੂੰ ਕਹਿੰਦੇ ਆ ਜਿਹੜੇ ਸ਼ਬਦ ਨਾਮ ਦੀ ਥਾਂ 'ਤੇ ਵਰਤੇ ਜਾਂਦੇ ਆ। ਇੱਕ ਉਦਾਹਰਨ ਦਿੱਤਾ ਹੈ। ਦੇਖੋ ਉਦਾਹਰਨ ਵਿੱਚ ਕੀ ਲਿਖਿਆ ਹੈ? ਪ੍ਰੀਤ ਸਕੂਲ ਪੜ੍ਹਦਾ ਹੈ। ਪ੍ਰੀਤ ਦੇ ਮਾਤਾ ਪਿਤਾ ਖੇਤੀ ਕਰਦੇ ਹਨ। ਪ੍ਰੀਤ ਨੂੰ ਪੜ੍ਹਨ ਦਾ ਸ਼ੌਂਕ ਹੈ। ਠੀਕ ਹੈ। ਮੈਂ ਕੀ ਸ਼ਬਦ ਲਿਖਿਆ ਸੀ, ਕਿਹੜੀ ਲਾਈਨਾਂ ਲਿਖੀਆਂ ਸੀ? ਪ੍ਰੀਤ ਸਕੂਲ ਪੜ੍ਹਦਾ ਹੈ, ਪ੍ਰੀਤ ਦੇ ਮਾਤਾ ਪਿਤਾ ਖੇਤੀ ਕਰਦੇ ਹਨ, ਪ੍ਰੀਤ ਨੂੰ ਪੜ੍ਹਨ ਦਾ ਸ਼ੌਂਕ ਹੈ। ਤਾਂ ਦੇਖੋ ਇਹਨਾਂ ਵਾਕਾਂ ਵਿੱਚ ਵਾਰ-ਵਾਰ ਪ੍ਰੀਤ ਸ਼ਬਦ ਆ ਰਿਹਾ ਤੇ ਆਪਾਂ ਨੂੰ ਚੰਗਾ ਨਹੀਂ ਲੱਗਦਾ। ਇਹ ਲੈਣਾ ਦੀਆਂ ਚੰਗੀਆਂ ਨਹੀਂ ਲੱਗਦੀਆਂ। ਇਹਨਾਂ ਦੀ ਇੱਕ ਉਹ ਸੁਰਜਾ ਨਹੀਂ ਬਣਦਾ। ਠੀਕ ਹੈ ਜੀ। ਹੁਣ ਦੇਖੋ ਅਗਲੀ ਜੋ ਲਾਈਨ ਦੇ ਵਿੱਚ ਆਪਾਂ ਪੜਨਾਮ ਦਾ ਪ੍ਰਯੋਗ ਕੀਤਾ ਹੈ ਕਿ ਪ੍ਰੀਤ ਸਕੂਲ ਪੜ੍ਹਦਾ ਹੈ, ਉਸ ਦੇ ਮਾਤਾ ਪਿਤਾ ਖੇਤੀ ਕਰਦੇ ਹਨ, ਉਸ ਨੂੰ ਪੜ੍ਹਨ ਦਾ ਸ਼ੌਂਕ ਹੈ। ਦੇਖੋ ਇੱਥੇ ਵਾਰ-ਵਾਰ ਪ੍ਰੀਤ ਕਹਿੰਦੇ ਸੀ, ਇੱਥੇ ਆਪਾਂ ਉਹਦੀ ਜਗ੍ਹਾ 'ਤੇ ਇਹਨਾਂ ਸ਼ਬਦਾਂ ਦਾ ਪ੍ਰਯੋਗ ਕੀਤਾ। ਉਸ ਦੇ ਮਾਤਾ ਪਿਤਾ ਖੇਤੀ ਕਰਦੇ ਆ, ਉਸ ਨੂੰ ਪੜ੍ਹਨ ਦਾ ਸ਼ੌਂਕ ਹੈ। ਠੀਕ ਹੈ। ਇਹ ਜਿਹੜੇ ਉਸ ਸ਼ਬਦ ਆਏ ਆ ਨਾ, ਇਹ ਉਸ ਸ਼ਬਦ ਹੀ ਪੜਨਾਮ ਹੈ। ਇਹ ਉਸ ਸ਼ਬਦ ਹੀ ਕੀ ਹੈ? ਪੜਨਾਮ ਹੈ। ਕਿਉਂਕਿ ਇੱਥੇ ਇਹਨਾਂ ਨੂੰ ਆਪਾਂ ਨਾਮ ਦੀ ਥਾਂ ਵਰਤਿਆ ਗਿਆ ਹੈ। ਨਾਮ ਕੀ ਹੁੰਦਾ ਹੈ? ਆਪਣਾ ਨਾਮ ਹੁੰਦਾ ਹੈ। ਇੱਥੇ ਆਪਣਾ ਨਾਮ ਆ ਰਿਹਾ ਸੀ ਵਾਰ-ਵਾਰ। ਠੀਕ ਹੈ। ਨਾਮ ਆ ਰਹੀ ਸੀ ਯਾਨੀ ਕਿ, ਤਾਂ ਆਪਾਂ ਇਹਦੀ ਥਾਂ ਆਹ ਸ਼ਬਦਾਂ ਨੂੰ ਵਰਤਿਆ ਉਸ। ਤਾਂ ਇਹ ਉਸ ਹੀ ਕੀ ਹੈ? ਪੜਨਾਮ ਹੈ। ਠੀਕ ਹੈ ਜੀ। ਹੁਣ ਤੁਹਾਨੂੰ ਪਤਾ ਚੱਲ ਹੀ ਗਿਆ ਕਿ ਜਿਹੜੇ ਸ਼ਬਦ ਨਾਮ ਦੀ ਥਾਂ 'ਤੇ ਵਰਤੇ ਜਾਂਦੇ ਹੈ ਉਹਨਾਂ ਨੂੰ ਪੜਨਾਮ ਆਖਦੇ ਹੈ। ਪੜਨਾਮ ਦੇ ਕਿੰਨੇ ਭੇਦ ਹੁੰਦੇ ਆ? ਤਾਂ ਪੜਨਾਮ ਦੇ 6 ਭੇਦ ਹੁੰਦੇ ਆ। 6 ਤਰ੍ਹਾਂ ਦੇ ਪੜਨਾਮ ਹੁੰਦੇ ਆ। ਕਿਹੜੇ ਹੁੰਦੇ ਆ ਉਹਨਾਂ ਦੇ ਆਪਾਂ ਨਾਮ ਜਾਣਦੇ ਹਾਂ। ਪਹਿਲਾ ਹੈ ਪੁਰਖਵਾਚਕ ਪੜਨਾਮ, ਜਿਹਨੂੰ ਇੰਗਲਿਸ਼ ਵਿੱਚ ਪਰਸਨਲ ਪ੍ਰੋਨਾਊਨ ਕਹਿੰਦੇ ਆ। ਦੂਸਰਾ ਹੈ ਨਿਜਵਾਚਕ ਪੜਨਾਮ, ਜਿਹਨੂੰ ਇੰਗਲਿਸ਼ ਵਿੱਚ ਰਿਫਲੈਕਸਿਵ ਪ੍ਰੋਨਾਊਨ ਕਹਿੰਦੇ ਆ। ਤੀਸਰਾ ਹੈ ਨਿਸ਼ਚੈਵਾਚਕ ਪੜਨਾਮ, ਜਿਹਨੂੰ ਇੰਗਲਿਸ਼ ਵਿੱਚ ਡੈਮੋਨਸਟ੍ਰੇਟਿਵ ਪ੍ਰੋਨਾਊਨ ਕਹਿੰਦੇ ਆ। ਚੌਥਾ ਹੈ ਅਨਿਸ਼ਚੈਵਾਚਕ ਪੜਨਾਮ, ਜਿਹਨੂੰ ਇੰਗਲਿਸ਼ ਵਿੱਚ ਇੰਡੈਫੀਨਿਟ ਪ੍ਰੋਨਾਊਨ ਕਹਿੰਦੇ ਆ। ਪੰਜਵਾਂ ਹੈ ਸੰਬੰਧਵਾਚਕ ਪੜਨਾਮ, ਜਿਹਨੂੰ ਇੰਗਲਿਸ਼ ਵਿੱਚ ਰਿਲੇਟਿਵ ਪ੍ਰੋਨਾਊਨ ਕਹਿੰਦੇ ਹੈ। ਔਰ ਛਠਾ ਹੈ ਪ੍ਰਸ਼ਨਵਾਚਕ ਪੜਨਾਮ, ਜਿਹਨੂੰ ਇੰਗਲਿਸ਼ ਵਿੱਚ ਇੰਟੈਰੋਗੇਟਿਵ ਪ੍ਰੋਨਾਊਨ ਕਹਿੰਦੇ ਹੈ। ਤਾਂ ਇਹ 6 ਪੜਨਾਮ ਦੇ ਭੇਦ ਹੈ। ਪੜਨਾਮ ਦੇ ਕਿੰਨੇ ਭੇਦ ਹੁੰਦੇ ਹੈ? 6 ਭੇਦ ਹੁੰਦੇ ਹੈ। ਕਿਹੜੇ? ਪੁਰਖਵਾਚਕ ਪੜਨਾਮ, ਨਿਜਵਾਚਕ ਪੜਨਾਮ, ਨਿਸ਼ਚੈਵਾਚਕ ਪੜਨਾਮ, ਅਨਿਸ਼ਚੈਵਾਚਕ ਪੜਨਾਮ, ਸੰਬੰਧਵਾਚਕ ਪੜਨਾਮ ਅਤੇ ਪ੍ਰਸ਼ਨਵਾਚਕ ਪੜਨਾਮ। ਠੀਕ ਹੈ ਜੀ। ਇਹ ਪੜਨਾਮ ਦੇ 6 ਭੇਦ ਹੁੰਦੇ ਆ। ਹੁਣ ਜਿਹੜੇ ਪੜਨਾਮ ਦੇ 6 ਪ੍ਰਕਾਰ ਹੈ, 6 ਭੇਦ ਹੈ, ਆਪਾਂ ਅੱਗੇ ਇਹਨਾਂ ਦੀ ਵਿਆਖਿਆ ਕਰਾਂਗੇ। ਇਹਨਾਂ ਦੇ ਆਪਾਂ
परिभाषा जाणांगे कि इन्हां दी की परिभाषा निकलदी है अगे। पहला है पुरखवाचक पड़नाम। ठीक है जी, पहला किहड़ा है पुरखवाचक पड़नाम। आपां गल करदे हां पुरखवाचक पड़नाम दे बारे। ਤਾਂ ਪੁਰਖਵਾਚਕ ਪੜਨਾਮ ਦੇ ਬਾਰੇ ਦੱਸਦਿਆਂ ਪੁਰਖ ਤੋਂ ਇਹ ਭਾਵ ਨਹੀਂ ਕਿ ਇਕੱਲੇ ਪੁਰਸ਼ ਬਾਰੇ ਗੱਲ ਹੋ ਰਹੀ ਹੈ। ਪੁਰਖਵਾਚਕ ਪੜਨਾਮ ਦੇ ਵਿੱਚ ਪੁਰਖ ਯਾਨੀ ਕਿ ਬੰਦਾ ਔਰ ਬੁੜੀ यानी कि लेडीज़ और जेंट्स, पुरख और इस्त्री दोनों का जिक्र होंदा है। ठीक है जी, बंदा बुढ़ी कह लो, चाहे मुंडा कुड़ी कह लो, चाहे पुरख इस्त्री कह लो, चाहे लेडी जेंट्स कह लो, दोवां का प्रयोग होंदा है पुरखवाचक पड़नाम दे विच। जिवें कि इसकी परिभाषा है किसी पुरख जां इस्त्री की थां ते वरते जाण वाले शब्दां नूं कहा जाता है। पुरखवाचक पड़नाम किहनूं कहंदे है? जिहड़े किसी पुरख जां इस्त्री के नाम की थां ते वरते जाते हैं उन्हां नूं की कहा जाता है? पुरखवाचक पड़नाम। एक बार फिर सुन लो, किसी पुरख या इस्त्री के नाम की थां ते जो वरते जाते हैं उन्हां शब्दां नूं पुरखवाचक पड़नाम कहा जाता है। ठीक है, इत्थे मैं लिखिया नहीं इस्त्री के नाम की थां, नाम लिखना भुल गया। ठीक है जी, परिभाषा फिर सुन लो, किसी पुरख या इस्त्री के नाम की थां ते वरते जाने वाले शब्दां नूं पुरखवाचक पड़नाम कहा जाता है। ठीक है, अगे पुरखवाचक पड़नाम भी तीन तरह के होंगे है। पुरखवाचक पड़नाम भी अगे तीन तरह के होंगे है। देखो, अगर थोनों कोई पूछ ले कि पड़नाम किन्ने प्रकार के होंगे है, तो पड़नाम तो 6 प्रकार के ही होंगे है। पड़नाम के 6 भेद आपां पिछे पढ़े सी, लेकिन हुण आपां पुरखवाचक पड़नाम के बारे पढ़ रहे हैं जो पड़नाम का पहला भेद है। तो पुरखवाचक पड़नाम के भी अगे 3 पार्ट होंगे है। ठीक है, 3 भेद होंगे है। किहड़े किहड़े? उत्तम पुरख, मध्यम पुरख ते अन्य पुरख। उत्तम पुरख जिन्हों इंग्लिश के विच फस्ट परसन कहते हैं, मध्यम पुरख जिन्हों इंग्लिश विच सैकेंड परसन कहते हैं, और अन्य पुरख जिन्हों इंग्लिश विच थर्ड परसन कहते हैं। ठीक है, पुरखवाचक पड़नाम की परिभाषा तो थोनों पता चल ही गई है। पुरखवाचक पड़नाम की परिभाषा सी किसी पुरख या इस्त्री के नाम की थां ते वरते जाने वाले शब्दां नूं पुरखवाचक पड़नाम कहा जाता है। इहदे विच अगे 3 प्रकार के होंगे है। पहला है उत्तम पुरख, यानी कि मैं, मेरा, असी। उत्तम पुरख वो हुंदा है जो गल करन वाला हुंदा है। जिवें मान लो मैं थोड़े नाल कोई गल कर रहा तो मैं की है? उत्तम पुरख है। उदाहरण दिते ना मैं ये, मैं, मेरा, असी। जो गल करन वाला हुंदा है वो उत्तम पुरख यानी कि फस्ट परसन हुंदा है। फिर मध्यम पुरख कौन हुंदा है? जिस नाल गल हो रही हुंदी है। ठीक है जी, जिवें मैं गल कर रहा तो गल कर किधर रहा? थोड़े नाल गल कर रहा। जिस नाल गल हो रही हुंदी है वो सैकेंड परसन यानी कि मध्यम पुरख हुंदा है। जिवें कि तू, तेरा, तुसी। जिवें मैं कहता तू कित्थे गया, तुसी कदों जाओगे, तेरा की नाम है। ठीक है, जिस नाल गल हो रही हुंदी है वो मध्यम पुरख हुंदा है। ते तीसरा हुंदा है अन्य पुरख यानी कि थर्ड परसन, जिवें जिहदे बारे गल हो रही हुंदी है। ठीक है, इहदे उदाहरण दिते हैं ओ, उस, उन्हां। जिवें मैं कह दियां कि अकबर एक बहुत महान राजा सी। ठीक है, अकबर एक बहुत महान शासक सी। मैं की है? उत्तम पुरख यानी कि फस्ट परसन, मैं बोलने वाला, मैं गल कर रहा। तुसी की हो? सैकेंड परसन, मैं थोड़े नाल गल कर रहा। ठीक है, और अकबर की है? थर्ड परसन, क्योंकि आप उहदे बारे गल कर रहे हैं, तीजे बारे। गल करन वाला उत्तम पुरख हुंदा है, जिस नाल गल हो रही होवे वो मध्यम पुरख हुंदा है, जिस बारे गल कर रहे होइए आपां किसी तीजे बंदे बारे तां वो अन्य पुरख हुंदा है। ठीक है जी, तो ये पुरखवाचक पड़नाम के अगे 3 पार्ट सी, वो 3 पार्टां दे बारे भी आपां जान लिया। उस तो अगे आपां गल करते हैं दूसरा निजवाचक पड़नाम। ठीक है जी, निजवाचक पड़नाम के बारे आपां गल करते हैं। इहदी परिभाषा की है कि ਜਿਹੜੇ शब्द करता ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ ਅਤੇ ਉਸ ਦਾ ਹੀ ਰੂਪ ਹੋਣ ਉਹਨਾਂ ਨੂੰ ਨਿਜਵਾਚਕ ਪੜਨਾਮ ਕਿਹਾ ਜਾਂਦਾ ਹੈ। ਨਿਜਵਾਚਕ ਪੜਨਾਮ ਕਿਹਨਾਂ ਨੂੰ ਕਿਹਾ ਜਾਂਦਾ ਹੈ? ਜਿਹੜੇ ਸ਼ਬਦ ਕਰਤਾ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸਣ ਬਲਕਿ ਕਰਤਾ ਦਾ ਹੀ ਇੱਕ ਰੂਪ ਹੋਣ। ਠੀਕ ਹੈ ਜੀ, ਉਹਨਾਂ ਨੂੰ ਨਿਜਵਾਚਕ ਪੜਨਾਮ ਕਿਹਾ ਜਾਂਦਾ ਹੈ। ਹੁਣ ਕਰਤਾ ਕੌਣ ਹੁੰਦਾ ਹੈ? ਕਰਤਾ ਉਹ ਹੁੰਦਾ ਜੋ ਕੰਮ ਕਰਨ ਵਾਲਾ ਹੁੰਦਾ ਹੈ। ਠੀਕ ਹੈ ਜੀ, ਕਰਤਾ ਹੁੰਦਾ ਕੰਮ ਕਰਨ ਵਾਲਾ। ਐਸੇ ਸ਼ਬਦ ਜੋ ਕਰਤਾ ਦੇ ਨਾਲ ਆ ਕੇ ਉਸ ਦੀ ਕੋਈ ਵਿਸ਼ੇਸ਼ਤਾ ਦੱਸਣ या उसका ही रूप होण उन्होंने निजवाचक पड़नाम कहते हैं। इठा मैं उदाहरण दिते हैं, जिमें कि मैं आप उत्थे जावांगा। ठीक है, ये मैं कौन हाँ? मैं करता। ठीक है, और ये एक शब्द है आप, मैं आप उत्थे जावांगा। ये आप शब्द किहदे लई आया? ये भी मेरे लिए आया है। मैं आप उत्थे जावांगा। ठीक है, ये आप शब्द मेरे लिए आया यानी कि करता दे लई आया है। तो ये आप की है? निजवाचक पड़नाम है। फिर दूसरा उदाहरण देखो, तुसी खुद स्कूल जाओ। ये तुसी की हो? तुसी तो करता हो, और एक दे नाल शब्द है खुद। ठीक है, वो खुद किहदे लई आया? ये भी थोड़े लई आया,
कि तुसी खुद ਸਕੂਲ ਜਾਓ, ਤੁਸੀਂ ਤਾਂ ਕਰਤਾ ਹੋ ਔਰ ਜੋ ਖੁਦ ਹੈ ਇਹ ਵੀ ਤੁਹਾਡੇ ਲਈ ਹੀ ਆ ਰਿਹਾ ਇਹਦੇ ਵਿੱਚ। ਤਾਂ ਇਹ ਖੁਦ ਕੀ ਹੈ? ਨਿਜਵਾਚਕ ਪੜਨਾਮ। ਜਿਵੇਂ ਕਿ ਆਪਾਂ ਪਰਿਭਾਸ਼ਾ ਦੇ ਵਿੱਚ ਜਾਣਿਆ ਸੀ, ਜਿਹੜੇ ਸ਼ਬਦ ਕਰਤਾ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ ਅਤੇ ਉਸ ਦਾ ਹੀ ਇੱਕ ਰੂਪ ਹੋਵੇ ਉਸ ਨੂੰ ਨਿਜਵਾਚਕ ਪੜਨਾਮ ਕਿਹਾ ਜਾਂਦਾ ਹੈ। ਉਸ ਤੋਂ ਅੱਗੇ ਤੀਸਰਾ ਹੈ ਨਿਸ਼ਚੈਵਾਚਕ ਪੜਨਾਮ। ਠੀਕ ਹੈ ਜੀ, ਕੀ ਹੈ ਤੀਸਰਾ? ਨਿਸ਼ਚੈਵਾਚਕ ਪੜਨਾਮ। ਇਹਦੀ ਪਰਿਭਾਸ਼ਾ ਕੀ ਹੈ ਨਿਸ਼ਚੈਵਾਚਕ ਪੜਨਾਮ ਦੀ? ਉਹ ਸ਼ਬਦ ਜਿਹੜੇ ਦੂਰ ਜਾਂ ਨੇੜੇ ਲਈ ਇਸ਼ਾਰਾ ਕਰਦਿਆਂ ਵਰਤੇ ਜਾਣ। ਠੀਕ ਹੈ, ਉਹ ਸ਼ਬਦ ਜਿਹੜੇ ਦੂਰ ਜਾਂ ਨੇੜੇ ਲਈ ਇਸ਼ਾਰਾ ਕਰਦਿਆਂ ਵਰਤੇ ਜਾਣ, ਜਿਵੇਂ ਇਹ, ਉਹ ਆਦਿ। ਜਿਹੜੇ ਸ਼ਬਦ ਦੂਰ ਜਾਂ ਨੇੜੇ ਲਈ ਇਸ਼ਾਰਾ ਕਰਦਿਆਂ ਹੋਇਆਂ ਵਰਤੇ ਜਾਣ ਉਹਨਾਂ ਨੂੰ ਨਿਸ਼ਚੈਵਾਚਕ ਪੜਨਾਮ ਕਿਹਾ ਜਾਂਦਾ, ਜਿਵੇਂ ਕਿ ਇਹ, ਉਹ। ਅੱਗੇ ਦਾ ਉਦਾਹਰਣ ਵੀ ਦਿੱਤਾ ਹੈ, ਇਹ ਮੇਰਾ ਸਾਈਕਲ ਹੈ। ਠੀਕ ਹੈ ਜੀ, ਇਹ ਮੇਰਾ ਸਾਈਕਲ ਹੈ। ਮੈਂ ਇਸ਼ਾਰਾ ਕਰਕੇ ਕਿਹਾ ਕਿ ਇਹ ਮੇਰਾ ਸਾਈਕਲ ਹੈ। ਤਾਂ ਇਹਦੇ ਵਿੱਚ ਜਿਹੜਾ ਇਹ ਸ਼ਬਦ ਆਇਆ ਹੈ ਇਹ ਕੀ ਹੈ? ਨਿਸ਼ਚੈਵਾਚਕ ਪੜਨਾਮ। ਇੱਕ ਉਦਾਹਰਣ ਹੋਰ ਵੇਖੋ, ਉਹ ਮੇਰਾ ਘਰ ਹੈ। ਮੈਂ ਇਸ਼ਾਰਾ ਕੀਤਾ ਕਿ ਉਹ ਮੇਰਾ ਘਰ ਹੈ। ਇਹਦੇ ਵਿੱਚ ਸ਼ਬਦ ਆਇਆ ਹੈ ਉਹ, ਤਾਂ ਉਹ ਕੀ ਹੈ? ਨਿਸ਼ਚੈਵਾਚਕ ਪੜਨਾਮ। ਠੀਕ ਹੈ ਜੀ, ਤੁਹਾਨੂੰ ਪਤਾ ਚੱਲ ਗਿਆ ਕਿ ਨਿਸ਼ਚੈਵਾਚਕ ਪੜਨਾਮ ਕਿਹਨੂੰ ਕਹਿੰਦੇ ਆ? ਜਿਹੜੇ ਸ਼ਬਦ ਦੂਰ ਜਾਂ ਨੇੜੇ ਲਈ ਇਸ਼ਾਰਾ ਕਰਦਿਆਂ ਹੋਇਆਂ ਵਰਤੇ ਜਾਣ ਉਹਨਾਂ ਨੂੰ ਨਿਸ਼ਚੈਵਾਚਕ ਪੜਨਾਮ ਕਹਿੰਦੇ ਆ। ਜਿਵੇਂ ਮੈਂ ਉਦਾਹਰਣ ਵੀ ਦਿੱਤੇ ਕਿ ਇਹ ਮੇਰਾ ਸਾਈਕਲ ਹੈ, ਇਹਦੇ ਵਿੱਚ ਇਹ ਨਿਸ਼ਚੈਵਾਚਕ ਪੜਨਾਮ ਹੈ। ਫਿਰ ਮੈਂ ਕਿਹਾ ਉਹ ਤੇਰਾ ਘਰ ਹੈ, ਤਾਂ ਉਹਦੇ ਵਿੱਚ ਉਹ ਨਿਸ਼ਚੈਵਾਚਕ ਪੜਨਾਮ ਹੈ। ਠੀਕ ਹੈ ਜੀ, ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਪੜਨਾਮ ਦੇ ਚੌਥੇ ਭੇਦ ਬਾਰੇ। ਤਾਂ ਚੌਥਾ ਕੀ ਹੈ? ਅਨਿਸ਼ਚੈਵਾਚਕ ਪੜਨਾਮ। ਪਿੱਛੇ ਆਪਾਂ ਨਿਸ਼ਚੈਵਾਚਕ ਪੜਨਾਮ ਦੇ ਬਾਰੇ ਪੜ੍ਹਿਆ ਹੈ, ਇੱਥੇ ਪੜ੍ਹਾਂਗੇ ਆਪਾਂ ਅਨਿਸ਼ਚੈਵਾਚਕ ਪੜਨਾਮ ਦੇ ਬਾਰੇ। ਨਿਸ਼ਚੈਵਾਚਕ ਪੜਨਾਮ ਤਾਂ ਉਹ ਸੀ ਜਿਹੜੇ ਕਿਸੇ ਦੂਰ ਜਾਂ ਨੇੜੇ ਲਈ ਇਸ਼ਾਰਾ ਕਰਦੇ ਹੋਏ ਵਰਤੇ ਜਾਣ। ਹੁਣ ਅਨਿਸ਼ਚੈਵਾਚਕ ਕੀ ਹੈ? ਜਿਹੜੇ ਸ਼ਬਦ ਕਿਸੇ ਵੱਲ ਇਸ਼ਾਰਾ ਕਰਕੇ ਸਿਰਫ ਅੰਦਾਜ਼ਾ ਦੱਸਣ, ਸਹੀ ਜਾਣਕਾਰੀ ਨਾ ਦੇਣ। ਠੀਕ ਹੈ ਜੀ, ਜਿਹੜੇ ਸ਼ਬਦ ਕਿਸੇ ਵੱਲ ਇਸ਼ਾਰਾ ਕਰਕੇ ਕੀ ਕਰਨ? ਸਿਰਫ ਅੰਦਾਜ਼ਾ ਦੱਸਣ, ਆਪਾਂ ਨੂੰ ਇੱਕ ਆਈਡੀਆ ਦੇਣ, ਬਲਕਿ ਸਹੀ ਜਾਣਕਾਰੀ ਨਾ ਦੇਣ ਉਸ ਦੀ, ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਅਨਿਸ਼ਚੈਵਾਚਕ ਪੜਨਾਮ ਕਿਹਾ ਜਾਂਦਾ ਹੈ। ਜਿਵੇਂ ਕੁਛ, ਬਹੁਤ, ਥੋੜ੍ਹਾ ਆਦਿ। ਫਿਰ ਮੈਂ ਹੇਠਾਂ ਉਦਾਹਰਣ ਵੀ ਦਿੱਤੇ ਹੈ। ਉਦਾਹਰਣ ਕੀ ਦਿੱਤੇ ਹੈ ਕਿ ਰੁੱਖ ਉੱਤੇ ਕੁਛ ਪੰਛੀ ਹਨ। ਰੁੱਖ ਉੱਤੇ ਕੁਛ ਪੰਛੀ ਹਨ, ਇਹਦੇ ਵਿੱਚ ਇੱਕ ਸ਼ਬਦ ਹੈ ਕੁਛ। ਤਾਂ ਮੈਂ ਆਹ ਕਿਹਾ ਕਿ ਰੁੱਖ ਉੱਤੇ ਕੁਛ ਪੰਛੀ ਹਨ, ਇਹ ਨਹੀਂ ਪਤਾ ਕਿੰਨੇ ਹੈ, ਬਸ ਕੁਛ ਪੰਛੀ ਹੈ। ਤਾਂ ਇੱਕ ਆਪਾਂ ਨੂੰ ਅੰਦਾਜ਼ਾ ਮਿਲਿਆ, ਸਹੀ ਜਾਣਕਾਰੀ ਨਹੀਂ ਮਿਲੀ। ਤਾਂ ਇੱਥੇ ਕੁਛ ਕੀ ਹੈ? ਅਨਿਸ਼ਚੈਵਾਚਕ ਪੜਨਾਮ। ਫਿਰ ਦੂਜਾ ਉਦਾਹਰਣ ਦੇਖੋ, ਤੁਸੀਂ ਥੋੜ੍ਹਾ ਪਾਣੀ ਪੀ ਲਓ। ਤੁਸੀਂ ਥੋੜ੍ਹਾ ਪਾਣੀ ਪੀ ਲਓ, ਇਹਦੇ ਵਿੱਚ ਇੱਕ ਸ਼ਬਦ ਹੈ ਥੋੜ੍ਹਾ। ਮੈਂ ਇਹ ਕਿਹਾ ਤੁਸੀਂ ਥੋੜ੍ਹਾ ਪਾਣੀ ਪੀ ਲਓ, ਇਹ ਨਹੀਂ ਕਿਹਾ ਕਿੰਨਾ ਪਾਣੀ ਪੀਓ, 1 ਗਲਾਸ ਪੀਓ ਜਾਂ 2 ਗਲਾਸ ਪੀਓ, ਸਹੀ ਨਹੀਂ ਦੱਸਿਆ, ਬਲਕਿ ਮੈਂ ਕਿਹਾ ਤੁਸੀਂ ਥੋੜ੍ਹਾ ਪਾਣੀ ਪੀ ਲਓ। ਤਾਂ ਥੋੜ੍ਹਾ ਕਿੰਨਾ ਵੀ ਹੋ ਸਕਦਾ ਹੈ, ਇੱਕ ਆਈਡੀਆ ਮਿਲਿਆ, ਇੱਕ ਅੰਦਾਜ਼ਾ ਲੱਗਿਆ, ਸਹੀ ਜਾਣਕਾਰੀ ਨਹੀਂ ਹੋਈ। ਤਾਂ ਇਹਦੇ ਵਿੱਚ ਥੋੜ੍ਹਾ ਕੀ ਹੈ? ਅਨਿਸ਼ਚੈਵਾਚਕ ਪੜਨਾਮ। ਫਿਰ ਤੀਜਾ ਉਦਾਹਰਣ ਦੇਖੋ, ਜਮਾਤ ਵਿੱਚ ਬਹੁਤ ਸਾਰੇ ਬੱਚੇ ਹਨ। ਜਮਾਤ ਵਿੱਚ ਬਹੁਤ ਸਾਰੇ ਬੱਚੇ ਹਨ, ਤਾਂ ਸ਼ਬਦ ਆਇਆ ਇਹਦੇ ਵਿੱਚ ਬਹੁਤ। ਬਹੁਤ ਤੋਂ ਆਪਾਂ ਨੂੰ ਇਹ ਪਤਾ ਚੱਲ ਰਿਹਾ ਕਿ ਜਮਾਤ ਵਿੱਚ ਬਹੁਤ ਸਾਰੇ ਬੱਚੇ ਹੈ, ਪਰ ਹੈ ਕਿੰਨੇ ਉਹਨਾਂ ਦੀ ਆਪਾਂ ਨੂੰ ਸੰਖਿਆ ਨਹੀਂ ਪਤਾ ਚੱਲ ਰਹੀ। ਤਾਂ ਇੱਥੇ ਬਹੁਤ ਕੀ ਹੈ? ਅਨਿਸ਼ਚੈਵਾਚਕ ਪੜਨਾਮ ਹੈ। ਹੁਣ ਤੁਹਾਨੂੰ ਪਤਾ ਚੱਲ ਹੀ ਗਿਆ ਕਿ ਅਨਿਸ਼ਚੈਵਾਚਕ ਪੜਨਾਮ ਕਿਹਨੂੰ ਕਹਿੰਦੇ ਹੈ? ਜਿਹੜੇ ਸ਼ਬਦ ਕਿਸੇ ਵੱਲ ਇਸ਼ਾਰਾ ਕਰਕੇ ਸਿਰਫ ਅੰਦਾਜ਼ਾ ਦੱਸਣ, ਬਲਕਿ ਸਹੀ ਜਾਣਕਾਰੀ ਨਾ ਦੇਣ, ਉਹਨਾਂ ਨੂੰ ਅਨਿਸ਼ਚੈਵਾਚਕ ਪੜਨਾਮ ਕਿਹਾ ਜਾਂਦਾ ਹੈ। ਹੇਠਾਂ ਮੈਂ ਇਹਦੇ ਉਦਾਹਰਣ ਦੇ ਕੇ ਤੁਹਾਨੂੰ ਸਮਝਾ ਦਿੱਤਾ। ਉਸ ਤੋਂ ਬਾਅਦ ਪੰਜਵਾਂ ਹੈ ਸੰਬੰਧਵਾਚਕ ਪੜਨਾਮ। ਸੰਬੰਧਵਾਚਕ ਪੜਨਾਮ। ਠੀਕ ਹੈ, ਸੰਬੰਧਵਾਚਕ ਪੜਨਾਮ ਕਿਹਨੂੰ ਕਹਿੰਦੇ ਹੈ? ਸੰਬੰਧਵਾਚਕ ਪੜਨਾਮ ਦੀ ਪਰਿਭਾਸ਼ਾ ਹੈ ਜਿਹੜੇ ਸ਼ਬਦ ਦੋ ਵਾਕਾਂ ਨੂੰ ਜੋੜਨ ਦਾ ਕੰਮ ਕਰਦੇ ਹਨ ਉਹਨਾਂ ਨੂੰ ਸੰਬੰਧਵਾਚਕ ਪੜਨਾਮ ਕਿਹਾ ਜਾਂਦਾ ਹੈ। ਕਿਹਨਾਂ ਨੂੰ ਕਿਹਾ ਜਾਂਦਾ ਹੈ? ਜਿਹੜੇ ਸ਼ਬਦ ਦੋ ਵਾਕਾਂ ਨੂੰ ਜੋੜਨ ਦਾ ਕੰਮ ਕਰਦੇ ਹਨ ਉਹਨਾਂ ਨੂੰ ਸੰਬੰਧਵਾਚਕ ਪੜਨਾਮ ਕਿਹਾ ਜਾਂਦਾ ਹੈ। ਜਿਵੇਂ ਉਹ, ਸੋ ਆਦਿ। ਠੀਕ ਹੈ, ਜਿਵੇਂ ਉਹ, ਸੋ ਆਦਿ। ਹੁਣ ਹੇਠਾਂ ਉਦਾਹਰਣ ਵੀ ਦਿੱਤਾ, ਉਦਾਹਰਣ ਦੇਖੋ ਇਹਦਾ, ਜਿਹੜਾ ਬਾਹਰ ਖੜਾ ਹੈ ਉਹ ਮੇਰਾ ਭਰਾ ਹੈ। ਕੀ ਲਿਖਿਆ ਹੈ? ਜਿਹੜਾ ਬਾਹਰ ਖੜਾ ਹੈ ਉਹ ਮੇਰਾ ਭਰਾ ਹੈ। ਤਾਂ ਇਹਦੇ ਵਿੱਚ ਇੱਕ ਸ਼ਬਦ ਆਇਆ ਉਹ। ਇਹ ਉਹ ਦੋਨਾਂ ਨੂੰ ਜੋੜ ਰਿਹਾ। ਕਿਹੜੇ ਕਿਹੜੇ ਨੂੰ ਜੋੜ ਰਿਹਾ? ਜਿਹੜਾ ਬਾਹਰ ਖੜਾ ਹੈ ਉਹ ਮੇਰਾ ਭਰਾ ਹੈ। ਜਿਹੜਾ ਬਾਹਰ ਖੜਾ ਹੈ ਅਤੇ ਮੇਰਾ ਭਰਾ ਹੈ, ਇਹਨਾਂ ਦੋਵਾਂ ਵਾਕਾਂ ਨੂੰ ਕੌਣ ਜੋੜ ਰਿਹਾ? ਉਹ ਜੋੜ ਰਿਹਾ। ਤਾਂ ਉਹ ਇੱਥੇ ਸੰਬੰਧਵਾਚਕ ਪੜਨਾਮ ਹੈ। ਠੀਕ ਹੈ, ਇਹਨਾਂ ਦੋਵਾਂ ਵਾਕਾਂ ਨੂੰ ਜੋੜ ਰਿਹਾ ਵਿੱਚ ਆ ਕੇ ਕਿ ਜਿਹੜਾ ਬਾਹਰ ਖੜਾ ਹੈ ਉਹ ਮੇਰਾ ਭਰਾ ਹੈ। ਇਹਨਾਂ ਦੋਵਾਂ ਵਾਕਾਂ ਨੂੰ ਜੋੜਤਾ। ਫਿਰ ਅਗਲਾ ਉਦਾਹਰਣ ਦੇਖੋ, ਜੋ ਕਰੇਗਾ ਸੋ ਭਰੇਗਾ। ਜੋ ਕਰੇਗਾ ਸੋ ਭਰੇਗਾ, ਇਹਦੇ ਵਿੱਚ ਸ਼ਬਦ ਹੈ ਸੋ। ਤਾਂ ਆਹ ਸੋ ਜੋੜ ਰਿਹਾ, ਕਿਹਨੂੰ ਜੋੜ ਰਿਹਾ? ਕਰੇਗਾ ਔਰ ਭਰੇਗਾ ਨੂੰ ਜੋੜ ਰਿਹਾ। ਜੋ ਕਰੇਗਾ ਸੋ ਭਰੇਗਾ, ਯਾਨੀ ਕਿ ਦੋਨਾਂ ਵਾਕਾਂ ਨੂੰ ਜੋੜ ਰਿਹਾ। ਜਿਹੜੇ ਸ਼ਬਦ ਦੋ ਵਾਕਾਂ ਨੂੰ ਜੋੜਨ ਦਾ ਕੰਮ ਕਰਦੇ ਹੈ ਉਹਨਾਂ ਨੂੰ ਕੀ ਕਹਿੰਦੇ ਹੈ? ਸੰਬੰਧਵਾਚਕ ਪੜਨਾਮ ਕਹਿੰਦੇ ਹੈ। ਠੀਕ ਹੈ ਜੀ। ਉਸ ਤੋਂ ਅੱਗੇ
ਪੜਨਾਮ ਦਾ ਛਟਾ ਭੇਦ ਹੈ ਉਹ ਕੀ ਹੈ? ਪ੍ਰਸ਼ਨਵਾਚਕ ਪੜਨਾਮ। ਛੇਵਾਂ ਭੇਦ ਕੀ ਹੈ? ਪ੍ਰਸ਼ਨਵਾਚਕ ਪੜਨਾਮ। ਇਹਦੀ ਪਰਿਭਾਸ਼ਾ ਕੀ ਹੈ ਕਿ ਜਿਹੜੇ ਸ਼ਬਦ ਕੇਵਲ ਪ੍ਰਸ਼ਨ ਕਰਨ ਵੇਲੇ ਵਰਤੇ ਜਾਣ ਉਹਨਾਂ ਨੂੰ ਪ੍ਰਸ਼ਨਵਾਚਕ ਪੜਨਾਮ ਕਿਹਾ ਜਾਂਦਾ, ਜਿਵੇਂ ਕੌਣ, ਕੀ, ਕਿਹੜਾ ਆਦਿ। ਠੀਕ ਹੈ। ਪ੍ਰਸ਼ਨਵਾਚਕ ਪੜਨਾਮ ਕਿਹਨੂੰ ਕਹਿੰਦੇ ਆ? ਜਿਹੜੇ ਸ਼ਬਦ ਕੇਵਲ ਪ੍ਰਸ਼ਨ ਕਰਨ ਵੇਲੇ ਵਰਤੇ ਜਾਣ ਉਹਨਾਂ ਨੂੰ ਪ੍ਰਸ਼ਨਵਾਚਕ ਪੜਨਾਮ ਕਿਹਾ ਜਾਂਦਾ ਹੈ, ਜਿਵੇਂ ਕੌਣ, ਕੀ, ਕਿਹੜਾ ਆਦਿ। ਹੇਠਾਂ ਮੈਂ ਉਦਾਹਰਣ ਦਿੱਤੇ ਹੈ, ਜਿਵੇਂ ਕਿ ਬਾਹਰ ਕੌਣ ਹੈ। ਮੈਂ ਪ੍ਰਸ਼ਨ ਕੀਤਾ ਨਾ ਕਿ ਬਾਹਰ ਕੌਣ ਹੈ, ਤਾਂ ਇਹਦੇ ਵਿੱਚ ਜਿਹੜਾ ਕੌਣ ਸ਼ਬਦ ਆਇਆ ਹੈ ਇਹ ਕੀ ਹੈ? ਪ੍ਰਸ਼ਨਵਾਚਕ ਪੜਨਾਮ ਹੈ। ਫਿਰ ਅਗਲਾ ਦੇਖੋ, ਬੈਗ ਦੇ ਵਿੱਚ ਕੀ ਹੈ? ਬੈਗ ਦੇ ਵਿੱਚ ਕੀ ਹੈ? ਮੈਂ ਪ੍ਰਸ਼ਨ ਕੀਤਾ ਤਾਂ ਇਹਦੇ ਵਿੱਚ ਜਿਹੜਾ ਕੀ ਸ਼ਬਦ ਆਇਆ ਇਹ ਪ੍ਰਸ਼ਨਵਾਚਕ ਪੜਨਾਮ ਹੈ। ਫਿਰ ਤੀਜਾ ਉਦਾਹਰਣ ਦੇਖੋ, ਕਿਹੜਾ ਬੱਚਾ ਰੌਲਾ ਪਾ ਰਿਹਾ ਹੈ? ਮੈਂ ਪ੍ਰਸ਼ਨ ਕਰ ਰਿਹਾ ਨਾ ਕਿ ਕਿਹੜਾ ਬੱਚਾ ਰੌਲਾ ਪਾ ਰਿਹਾ ਹੈ, ਤਾਂ ਇਹਦੇ ਵਿੱਚ ਕਿਹੜਾ ਸ਼ਬਦ ਆਇਆ ਇਹ ਪ੍ਰਸ਼ਨਵਾਚਕ ਪੜਨਾਮ ਹੈ। ਤਾਂ ਪ੍ਰਸ਼ਨਵਾਚਕ ਪੜਨਾਮ ਕਿਹਨੂੰ ਕਹਿੰਦੇ ਆ? ਜਿਹੜੇ ਸ਼ਬਦ ਕੇਵਲ ਪ੍ਰਸ਼ਨ ਕਰਨ ਵੇਲੇ ਵਰਤੇ ਜਾਣ ਉਹਨਾਂ ਨੂੰ ਪ੍ਰਸ਼ਨਵਾਚਕ ਪੜਨਾਮ ਕਿਹਾ ਜਾਂਦਾ ਹੈ। ਇੱਕ ਵਾਰ ਸ਼ਾਰਟ 'ਚ ਥੋੜ੍ਹਾ ਜਿਹਾ ਫਿਰ ਦੇਖ ਲਓ। ਪਹਿਲਾਂ ਆਪਾਂ ਪੜਨਾਮ ਦੀ ਪਰਿਭਾਸ਼ਾ ਦੇ ਬਾਰੇ ਜਾਣਿਆ ਸੀ। ਪੜਨਾਮ ਦੀ ਪਰਿਭਾਸ਼ਾ ਕੀ ਸੀ ਕਿ ਨਾਮ ਦੀ ਥਾਂ 'ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੜਨਾਮ ਕਹਿੰਦੇ ਆ, ਜਿਵੇਂ ਕਿ ਮੈਂ, ਉਹ, ਤੂੰ, ਤੁਸੀਂ, ਅਸੀਂ ਆਦਿ। ਫਿਰ ਇੱਕ ਉਦਾਹਰਣ ਦੇ ਜ਼ਰੀਏ ਮੈਂ ਸਮਝਾਇਆ ਸੀਗਾ। ਅੱਗੇ ਤੁਹਾਨੂੰ ਦੱਸਿਆ ਸੀ ਕਿ ਪੜਨਾਮ 6 ਪ੍ਰਕਾਰ ਦੇ ਹੁੰਦੇ ਆ। ਪੜਨਾਮ ਦੇ 6 ਭੇਦ ਹੁੰਦੇ ਆ। ਪਹਿਲਾ ਹੈ ਪੁਰਖਵਾਚਕ ਪੜਨਾਮ, ਜਿਹਨੂੰ ਪਰਸਨਲ ਪ੍ਰੋਨਾਊਨ ਕਹਿੰਦੇ ਆ। ਦੂਸਰਾ ਹੈ ਨਿਜਵਾਚਕ ਪੜਨਾਮ, ਜਿਹਨੂੰ ਰਿਫਲੈਕਸਿਵ ਪ੍ਰੋਨਾਊਨ ਕਹਿੰਦੇ ਆ। ਤੀਸਰਾ ਹੈ ਨਿਸ਼ਚੈਵਾਚਕ ਪੜਨਾਮ, ਜਿਹਨੂੰ ਡੈਮੋਨਸਟ੍ਰੇਟਿਵ ਪ੍ਰੋਨਾਊਨ ਕਹਿੰਦੇ ਆ। ਚੌਥਾ ਹੈ ਅਨਿਸ਼ਚੈਵਾਚਕ ਪੜਨਾਮ, ਜਿਹਨੂੰ ਇੰਡੈਫੀਨੇਟ ਪ੍ਰੋਨਾਊਨ ਕਹਿੰਦੇ ਆ। ਪੰਜਵਾਂ ਹੈ ਸੰਬੰਧਵਾਚਕ ਪੜਨਾਮ, ਜਿਹਨੂੰ ਰਿਲੇਟਿਵ ਪ੍ਰੋਨਾਊਨ ਕਿਹਾ ਜਾਂਦਾ ਹੈ। ਔਰ ਛੇਵਾਂ ਹੈ ਪ੍ਰਸ਼ਨਵਾਚਕ ਪੜਨਾਮ, ਜਿਹਨੂੰ ਇੰਟੈਰੋਗੇਟਿਵ ਪ੍ਰੋਨਾਊਨ ਕਹਿੰਦਾ ਹੈ। ਅੱਗੇ ਆਪਾਂ ਇੱਕ ਇੱਕ ਕਰਕੇ ਇਹਨਾਂ ਦੀ ਵਿਆਖਿਆ ਕੀਤੀ ਸੀ। ਜਿਵੇਂ ਕਿ ਪਹਿਲਾ ਪੁਰਖਵਾਚਕ ਪੜਨਾਮ ਹੈ, ਕਿਸੇ ਪੁਰਖ ਜਾਂ ਇਸਤਰੀ ਦੀ ਥਾਂ 'ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੁਰਖਵਾਚਕ ਪੜਨਾਮ ਕਿਹਾ ਜਾਂਦਾ ਹੈ। ਇਹ ਅੱਗੇ 3 ਪ੍ਰਕਾਰ ਦੇ ਹੁੰਦੇ ਆ। ਉੱਤਮ ਪੁਰਖ ਯਾਨੀ ਕਿ ਫਸਟ ਪਰਸਨ, ਮੱਧਮ ਪੁਰਖ ਯਾਨੀ ਕਿ ਸੈਕੰਡ ਪਰਸਨ, ਅੰਨ੍ਹਾ ਪੁਰਖ ਯਾਨੀ ਕਿ ਥਰਡ ਪਰਸਨ। ਇਹ ਪੁਰਖਵਾਚਕ ਪੜਨਾਮ ਦੇ ਅੱਗੇ 3 ਪਾਰਟ ਹੈ। ਫਿਰ ਆਪਾਂ ਨਿਜਵਾਚਕ ਪੜਨਾਮ ਦੇ ਬਾਰੇ ਜਾਣਿਆ ਸੀ ਕਿ ਜਿਹੜੇ ਸ਼ਬਦ ਕਰਤਾ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ ਅਤੇ ਉਸ ਦਾ ਹੀ ਰੂਪ ਹੋਵੇ, ਉਹ ਨਿਜਵਾਚਕ ਪੜਨਾਮ ਹੁੰਦੇ ਹੈ। ਤੀਸਰਾ ਕੀ ਸੀ? ਨਿਸ਼ਚੈਵਾਚਕ ਪੜਨਾਮ। ਉਹ ਸ਼ਬਦ ਜਿਹੜੇ ਦੂਰ ਜਾਂ ਨੇੜੇ ਲਈ ਇਸ਼ਾਰਾ ਕਰਦਿਆਂ ਵਰਤੇ ਜਾਣ ਉਹਨਾਂ ਨੂੰ ਨਿਸ਼ਚੈਵਾਚਕ ਪੜਨਾਮ ਕਿਹਾ ਜਾਂਦਾ ਹੈ। ਚੌਥਾ ਅਨਿਸ਼ਚੈਵਾਚਕ ਪੜਨਾਮ, ਜਿਹੜੇ ਸ਼ਬਦ ਕਿਸੇ ਵੱਲ ਇਸ਼ਾਰਾ ਕਰਕੇ ਸਿਰਫ ਅੰਦਾਜ਼ਾ ਦੱਸਦੇ ਆ, ਆਪਾਂ ਨੂੰ ਸਹੀ ਜਾਣਕਾਰੀ ਨਹੀਂ ਦਿੰਦੇ, ਉਹਨਾਂ ਨੂੰ ਅਨਿਸ਼ਚੈਵਾਚਕ ਪੜਨਾਮ ਕਿਹਾ ਜਾਂਦਾ ਹੈ। ਪੰਜਵਾਂ ਸੀ ਸੰਬੰਧਵਾਚਕ ਪੜਨਾਮ, ਜਿਹੜੇ ਸ਼ਬਦ 2 ਵਾਕਾਂ ਨੂੰ ਜੋੜਨ ਦਾ ਕੰਮ ਕਰਦੇ ਆ, ਉਹਨਾਂ ਨੂੰ ਸੰਬੰਧਵਾਚਕ ਪੜਨਾਮ ਕਹਿੰਦੇ ਆ। ਛੇਵਾਂ ਸੀ ਪ੍ਰਸ਼ਨਵਾਚਕ ਪੜਨਾਮ, ਜਿਹੜੇ ਸ਼ਬਦ ਕੇਵਲ ਪ੍ਰਸ਼ਨ ਕਰਨ ਵੇਲੇ ਵਰਤੇ ਜਾਣ ਉਹਨਾਂ ਨੂੰ ਪ੍ਰਸ਼ਨਵਾਚਕ ਪੜਨਾਮ ਕਿਹਾ ਜਾਂਦਾ ਹੈ, ਜਿਵੇਂ ਕੌਣ, ਕੀ, ਕਿਹੜਾ ਆਦਿ। ਠੀਕ ਹੈ ਜੀ। ਤਾਂ ਇਹ ਸੀ ਪੜਨਾਮ ਦੀ ਪਰਿਭਾਸ਼ਾ ਔਰ ਉਹਦੇ ਭੇਦਾਂ ਨਾਲ ਜੁੜੀਆਂ ਹੋਈਆਂ ਕੁਝ ਮੁੱਖ ਗੱਲਾਂ। ਉਮੀਦ ਕਰਦਾ ਕਿ ਮੇਰੀ ਇਹ ਕਲਾਸ ਤੁਹਾਨੂੰ ਚੰਗੀ ਲੱਗੂਗੀ ਔਰ ਤੁਹਾਨੂੰ ਚੰਗੀ ਤਰ੍ਹਾਂ ਸਮਝ ਵੀ ਆਊਗਾ। ਅਗਰ ਫਿਰ ਵੀ ਮੇਰੇ ਬੋਲਣ ਦੇ ਵਿੱਚ ਕੋਈ ਮਿਸਟੇਕ ਹੋ ਜੇ, ਕੋਈ ਗਲਤੀ ਹੋ ਜੇ, ਜਾਂ ਮੇਰੇ ਲਿਖਣ ਦੇ ਵਿੱਚ ਕੋਈ ਗਲਤੀ ਹੋ ਗਈ ਹੋਵੇ, ਜਾਂ ਤੁਹਾਨੂੰ ਕੁਝ ਸਮਝ ਨਾ ਆਵੇ, ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦੇ ਸਕਦੇ ਹੋ। ਕਲਾਸ ਚੰਗੀ ਲੱਗੇ ਤਾਂ ਇਸ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ, ਤਾਂ ਕਿ ਪੰਜਾਬੀ ਪੜ੍ਹਨ ਵਾਲੇ ਹੋਰ ਵਿਦਿਆਰਥੀਆਂ ਦਾ ਵੀ ਫਾਇਦਾ ਹੋ ਸਕੇ। ਧੰਨਵਾਦ ਜੀ।